इस वीडियो ਨੂੰ देख रहे 10वीं क्लास के बहुत ही प्यारे विद्यार्थियों ਤੁਹਾਡਾ ਸਭ ਦਾ ਸਵਾਗਤ है ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੜਾਂਗੇ ਚੈਪਟਰ 2 ਬਹੁਪਦ ਪੋਲੀਨੋਮੀਅਲਸ। ਪਹਿਲਾਂ ਆਪਾਂ ਇਹ ਗੱਲ ਕਰਦੇ ਹਾਂ ਕਿ ਪੋਲੀਨੋਮੀਅਲ ਜਾਂ ਬਹੁਪਦ ਹੁੰਦਾ ਕੀ ਹੈ। ਅਸਲ ਵਿੱਚ ਇਹ ਇੱਕ ਬੀਜਗਣਿਤਕ ਵਿਅੰਜਕ ਹੁੰਦਾ ਹੈ ਜਿਹੜਾ ਕਿ ਚਲ ਤੇ ਅਚਲ ਸੰਖਿਆਵਾਂ ਦੇ ਨਾਲ ਬਣਦਾ ਹੈ। ਇਸ ਵਿੱਚ ਜੇ ਆਪਾਂ ਦੇਖੀਏ ਤਾਂ x है जी वो एक चल संख्या है तो ए बी सी जिन्नियां भी है ये अचल संख्यावां है। जिहड़ियां अचल संख्यावां हुंदियां इन्हां दी वैल्यू फिक्स रहिंदी है तो जिहड़ियां चल संख्यावां हुंदियां उन्हां दी वैल्यू जिहड़ी है वो चेंज हुंदी रहिंदी है। तो जदों आपां बहुपद बनाउने हैं तां ये जिहड़ियां संख्यावां हुंदियां चल ते अचल ये दोनों जिहड़ियां हैगियां आपस विच प्लस या माइनस के साइन दे नाल जुड़ियां होईयां हुंदियां। ये जिहड़ा पॉलीनोमीअल है इसनूं मैं पी एक्स लिखा है क्योंकि इस पॉलीनोमीअल दे विच चल संख्या जिहड़ी है वो एक्स है। जे अपने कोले ये चल संख्या वाई होएगी तो आपां इसनूं इत्थे वाई लिखांगे, जैड होएगी तो आपां जैड लिखांगे। बीजगणितक व्यंजक नूं आपां पॉलीनोमीअल जां बहुपद उदों ही कह सकते हैं जेकर इस विच चल संख्यावां दी जिहड़ी पावर है वो गैर ऋणात्मक होवे। मतलब जिहड़ी ये पावर हैगी है हर एक चल दी पावर है जिहड़ी ਉਹ ਨਾ ਤਾਂ ਨੈਗੇਟਿਵ ਹੋਵੇ ਤੇ ਨਾ ਹੀ ਫ੍ਰੈਕਸ਼ਨ ਦੇ ਵਿੱਚ ਹੋਵੇ। ਇਸ ਬਹੁਪਦ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਘਾਤ ਹੁੰਦੀ ਹੈ ਉਸ ਨੂੰ ਆਪਾਂ ਕਹਿੰਦੇ ਆ ਡਿਗਰੀ ਆਫ ਪੋਲੀਨੋਮੀਅਲ। ਬਹੁਪਦ ਦੀ ਡਿਗਰੀ ਪਦ ਦੀ ਸਭ ਤੋਂ ਵੱਡੀ ਜਿਹੜੀ ਡਿਗਰੀ ਹੈ ਉਹ n ਹੈ। ਇਸ ਤੋਂ ਬਾਅਦ ਇਹ ਹੌਲੀ ਹੌਲੀ ਘਟਦੀ ਜਾਂਦੀ ਹੈ। ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਇਸ ਪੋਲੀਨੋਮੀਅਲ ਦੀ ਡਿਗਰੀ ਹੈ ਨਾ ਜਿਹੜੀ ਉਹ n ਹੈ। ਇਹਨੂੰ ਆਪਾਂ ਤਾਂ ਹੀ ਕਹਿ ਸਕਦੇ ਹਾਂ ਡਿਗਰੀ n ਜੇਕਰ ਇਹਦੇ ਨਾਲ ਲੱਗੀ ਹੋਈ ਆ ਟਰਮ ਜਿਹੜੀ a ਹੈ ਉਹ 0 ਨਾ ਹੋਵੇ। ਤਾਂ ਇਹਦੇ ਵਿੱਚ ਜਿਹੜੀਆਂ A B C ਸੀਗੀਆਂ ਇਹ ਸਾਰੀਆਂ ਵਾਸਤਵਿਕ ਸੰਖਿਆਵਾਂ ਹੁੰਦੀਆਂ। ਗੱਲ ਕਰਦੇ ਹਾਂ ਕਿ ਬਹੁਪਦ ਦੀ ਸਿਫਰ ਕੀ ਹੁੰਦੀ ਹੈ। ਅਸਲ ਵਿੱਚ ਇਹ ਚੱਲਦੀ ਉਹ ਵੈਲਿਊ ਹੁੰਦੀ ਹੈ ਜਿਹੜੀ ਕਿ ਬਹੁਪਦ ਨੂੰ 0 ਬਣਾ ਦਿੰਦੀ ਹੈ। ਫੋਰ ਐਗਜ਼ਾਮਪਲ ਮੈਂ ਆਹ ਬਹੁਪਦ ਲਿਆ 3x - 6। ਅਗਰ ਮੈਂ ਇਹਦੇ ਵਿੱਚ x ਦੀ ਵੈਲਿਊ 2 ਲਗਾ ਦੇਵਾਂ ਤਾਂ ਕੀ ਹੁੰਦਾ ਹੈ, ਇਹਨੂੰ ਸੋਲਵ ਕਰਕੇ ਆਪਾਂ ਦੇਖਦੇ ਹਾਂ ਇਹ 0 ਬਣ ਜਾਂਦਾ ਹੈ। ਤਾਂ ਇਹਦਾ ਮਤਲਬ ਇਹ ਹੋਇਆ ਕਿ ਅਗਰ ਆਪਾਂ x ਦੀ ਵੈਲਿਊ ਦੇ ਵਿੱਚ 2 ਭਰ ਦਈਏ ਤਾਂ ਬਹੁਪਦ ਬਣ ਗਿਆ 0। ਇਹਦਾ ਮਤਲਬ x ਬਰਾਬਰ 2 ਇਸ ਦੀ 0 ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਬਹੁਪਦ ਹੁੰਦਾ ਹੈ ਉਹਦੇ ਸਿਫਰਾਂ ਦੀ ਕਿੰਨੀ ਗਿਣਤੀ ਹੋ ਸਕਦੀ ਹੈ। ਬੇਟੇ ਇਹ ਗੱਲ ਨਿਰਭਰ ਕਰਦੀ ਹੈ ਕਿ ਜਿਹੜਾ ਸਾਨੂੰ ਬਹੁਪਦ ਦਿੱਤਾ ਹੋਇਆ ਹੈ ਉਸ ਦੀ ਡਿਗਰੀ ਕਿੰਨੀ ਹੈ, ਉਸ ਦੀ ਹਾਈਐਸਟ ਪਾਵਰ ਕਿੰਨੀ ਹੈ। ਜਿੰਨੀ ਉਸ ਦੀ ਹਾਈਐਸਟ ਪਾਵਰ ਹੋਏਗੀ, ਜਿੰਨੀ ਉਸ ਦੀ ਡਿਗਰੀ ਹੋਏਗੀ, ਵੱਧ ਤੋਂ ਵੱਧ ਉਸ ਬਹੁਪਦ ਦੀਆਂ ਓਨੀਆਂ ਹੀ ਸਿਫਰਾਂ ਹੋ ਸਕਦੀਆਂ। ਉਦਾਹਰਨ ਦੇ ਤੌਰ ਤੇ ਜਿਹੜਾ ਆ ਮੈਂ ਬਹੁਪਦ ਲਿਆ ਹੈਗਾ 5x - 10 ਤੇ ਇੱਥੇ ਇਸ ਦੀ ਹਾਈਐਸਟ ਪਾਵਰ ਹੈ ਜਿਹੜੀ ਡਿਗਰੀ ਹੈ ਉਹ 1 ਹੈ ਤਾਂ ਇੱਥੇ ਸਿਫਰਾਂ ਦੀ ਜਿਹੜੀ ਗਿਣਤੀ ਹੋਏਗੀ ਉਹ 1 ਹੀ ਹੋਏਗੀ। ਇਸੇ ਤਰ੍ਹਾਂ ਜਿਹੜਾ ਮੈਂ ਦੂਸਰਾ ਬਹੁਪਦ ਲਿਆ ਇਹਦੇ ਵਿੱਚ ਹਾਈਐਸਟ ਡਿਗਰੀ 2 ਹੈ ਤਾਂ ਇਸ ਦੇ ਵਿੱਚ ਮੈਕਸਿਮਮ ਜਿਹੜੀ ਗਿਣਤੀ ਹੈਗੀ ਹੈ ਉਹ 2 ਹੋਊਗੀ ਤੇ ਇਹਦੇ ਵਿੱਚ ਜਿਹਦੇ ਵਿੱਚ ਮੈਂ ਹਾਈਐਸਟ ਪਾਵਰ 3 ਲਈ ਹੈ ਤਾਂ ਮੈਕਸਿਮਮ ਗਿਣਤੀ ਹੈ ਜਿਹੜੀ ਉਹ 3 ਹੋਏਗੀ। ਵਿਦਿਆਰਥੀਓ ਅਗਰ ਸਾਨੂੰ ਬਹੁਪਦ ਦਿੱਤੇ ਹੋਏ ਹੈ ਤਾਂ ਅਸੀਂ ਉਸ ਦੀ ਡਿਗਰੀ ਨੂੰ ਦੇਖ ਕੇ ਪਤਾ ਲਾ ਸਕਦੇ ਹਾਂ ਕਿ ਉਸ ਬਹੁਪਦ ਦੀਆਂ ਸਿਫਰਾਂ ਦੀ ਗਿਣਤੀ ਵੱਧ ਤੋਂ ਵੱਧ ਕਿੰਨੀ ਹੈ। ਪਰ ਕਈ ਵਾਰ ਕੀ ਹੁੰਦਾ ਸਾਨੂੰ ਬਹੁਪਦ ਨਹੀਂ ਦਿੱਤੇ ਹੋਏ ਹੁੰਦੇ, ਸਾਨੂੰ ਗ੍ਰਾਫ ਦਿੱਤੇ ਹੋਏ ਹੁੰਦੇ ਆ ਤੇ ਆਪਾਂ ਗ੍ਰਾਫ ਨੂੰ ਰੀਡ ਕਰਕੇ ਦੱਸਣਾ ਹੁੰਦਾ ਹੈ ਕਿ ਉਸ ਦੀਆਂ ਸਿਫਰਾਂ ਦੀ ਗਿਣਤੀ ਕਿੰਨੀ ਹੈ। ਤਾਂ ਹੁਣ ਆਪਾਂ ਐਕਸਰਸਾਈਜ਼ 2.1 ਦੇ ਕੁਐਸਚਨ ਸੋਲਵ ਕਰਦੇ ਹਾਂ ਜਿਸ ਵਿੱਚ ਸਾਨੂੰ ਬਹੁਪਦ ਤਾਂ ਨਹੀਂ ਦਿੱਤੇ ਪਰ ਬਹੁਪਦਾਂ ਦੇ ਗ੍ਰਾਫ ਦਿੱਤੇ ਹੋਏ ਹੈ। ਨੰਬਰ 1 ਦੇ ਵਿੱਚ ਕੀ ਦਿੱਤਾ ਹੈਗਾ ਕਿਸੇ ਬਹੁਪਦ px ਦੇ ਲਈ y ਬਰਾਬਰ px ਦਾ ਆਲੇਖ ਹੇਠਾਂ ਦਿੱਤੇ ਚਿੱਤਰ 2.10 ਵਿੱਚ ਦਿੱਤਾ ਗਿਆ ਹੈ। ਹਰ ਇੱਕ ਸਥਿਤੀ ਵਿੱਚ px ਦੇ ਸਿਫਰਾਂ ਦੀ ਗਿਣਤੀ ਪਤਾ ਕਰਨੀ ਹੈ। ਮਤਲਬ ਇਹ ਹੈ ਕਿ ਸਾਨੂੰ ਹੁਣ ਜਿਹੜੇ ਬਹੁਪਦ ਹੈ ਉਹਨਾਂ ਦੇ ਸਾਨੂੰ ਗ੍ਰਾਫ ਦਿੱਤੇ ਹੋਏ ਹੈ ਤੇ ਇਹਨਾਂ ਗ੍ਰਾਫ ਨੂੰ ਰੀਡ ਕਰਕੇ ਆਪਾਂ ਦੱਸਣਾ ਹੈ ਕਿ ਇਹਨਾਂ ਦੇ ਵਿੱਚ ਇਹਨਾਂ ਦੀਆਂ ਸਿਫਰਾਂ ਦੀ ਗਿਣਤੀ ਕਿੰਨੀ ਹੈ। ਤਾਂ ਬੇਟਾ ਆਪਾਂ ਕੀ ਕਰਨਾ ਹੈ, ਜਿਹੜਾ ਸਾਨੂੰ ਗ੍ਰਾਫ ਦਿੱਤਾ ਹੋਇਆ ਹੈ ਉਸ ਨੂੰ ਆਪਾਂ ਇਹ ਦੇਖਣਾ ਹੈ ਕਿ ਉਹ ਗ੍ਰਾਫ ਐਕਸ ਐਕਸਿਸ ਨੂੰ ਕਿੰਨੇ ਵਾਰ ਕੱਟ ਕੇ ਜਾਂਦਾ ਹੈ। ਜਿੰਨੇ ਵਾਰ ਉਹ ਗ੍ਰਾਫ ਐਕਸ ਐਕਸਿਸ ਨੂੰ ਕੱਟ ਕੇ ਜਾਏਗਾ ਉਹ ਅਸੀਂ ਗਿਣ ਲਵਾਂਗੇ ਤੇ ਉਹ ਹੀ ਉਸ ਬਹੁਪਦੀ ਦੀਆਂ
ਸਿਫਰਾਂ ਦੀ ਗਿਣਤੀ ਹੋਏਗੀ। ਤਾਂ ਅਸੀਂ ਪਾਰਟ ਨੰਬਰ 1 ਨੂੰ ਦੇਖਦੇ ਹਾਂ। ਆ ਸਾਨੂੰ ਲਾਈਨ ਦਿੱਤੀ ਹੋਈ ਹੈ ਗ੍ਰਾਫ ਦੀ, ਤਾਂ ਇਹ ਜਿਹੜੀ ਲਾਈਨ ਗ੍ਰਾਫ ਦੀ ਹੈ ਇਸ ਐਕਸ ਐਕਸਿਸ ਹੈ, ਇਸ ਨੂੰ ਕਿਤੇ ਵੀ ਨਹੀਂ ਮਿਲ ਰਹੀ, ਇਸ ਲਈ ਇੱਥੇ ਸਿਫਰਾਂ ਦੀ ਗਿਣਤੀ 0 ਹੈ। ਹੁਣ ਆਪਾਂ ਪਾਰਟ 2 ਵਿੱਚ ਦੇਖਦੇ ਹਾਂ। ਆ ਜਿਹੜਾ ਗ੍ਰਾਫ ਹੈ ਇਸ ਐਕਸ ਐਕਸਿਸ ਨੂੰ ਸਿਰਫ ਇਸ ਇੱਕ ਪੁਆਇੰਟ ਤੇ ਕੱਟ ਕੇ ਜਾ ਰਿਹਾ ਹੈ, ਤਾਂ ਇੱਥੇ ਸਿਫਰਾਂ ਦੀ ਗਿਣਤੀ 1 ਹੈ। ਇਸੇ ਤਰ੍ਹਾਂ ਪਾਰਟ 3 ਦੇ ਵਿੱਚ ਇਹ ਗ੍ਰਾਫ ਇੱਕ ਇਸ ਜਗ੍ਹਾ ਤੇ ਕੱਟ ਰਿਹਾ ਹੈ, ਇੱਕ ਇਸ ਜਗ੍ਹਾ ਤੇ ਇੱਕ ਇਸ ਤੇ, ਤਾਂ ਇੱਥੇ ਸਿਫਰਾਂ ਦੀ ਗਿਣਤੀ 3 ਹੈ। ਤਾਂ ਪਾਰਟ 4 ਦੇ ਵਿੱਚ ਅਸੀਂ ਦੇਖਦੇ ਹਾਂ ਆ ਗ੍ਰਾਫ ਹੈ ਜਿਹੜਾ ਇਹ ਐਕਸ ਐਕਸਿਸ ਨੂੰ 2 ਪੁਆਇੰਟਸ ਇੱਕ ਇੱਥੇ ਤੇ ਇੱਕ ਇੱਥੇ 2 ਪੁਆਇੰਟਸ ਤੇ ਕੱਟ ਕੇ ਜਾ ਰਿਹਾ ਤੇ ਇੱਥੇ ਸਿਫਰਾਂ ਦੀ ਗਿਣਤੀ 2 ਹੈ। ਇਸੇ ਤਰ੍ਹਾਂ ਇਹ ਗ੍ਰਾਫ ਆਪਾਂ ਕਾਊਂਟ ਕਰਦੇ ਹਾਂ 1 2 3 ਤੇ 4 ਪੁਆਇੰਟ ਤੇ ਕੱਟ ਕੇ ਜਾ ਰਿਹਾ ਹੈ। ਐਕਸ ਐਕਸਿਸ ਨਾਲ ਆਪਾਂ ਪੁਆਇੰਟ ਆਫ ਇੰਟਰਸੈਕਸ਼ਨ ਦੇਖਣੇ ਤੇ ਇੱਥੇ ਸਿਫਰਾਂ ਦੀ ਗਿਣਤੀ 4 ਹੈ। ਤੇ ਇਸ 6ਵੇਂ ਪਾਰਟ ਦੇ ਵਿੱਚ ਆਪਾਂ ਕੀ ਦੇਖਦੇ ਹਾਂ ਕਿ ਇਹ ਜਿਹੜਾ ਗ੍ਰਾਫ ਹੈ ਐਕਸ ਐਕਸਿਸ ਨੂੰ ਕਿੱਥੇ ਕਿੱਥੇ ਕੱਟ ਰਿਹਾ। ਇੱਕ ਇਹ ਜਿਹੜਾ ਪੁਆਇੰਟ ਹੈ ਇੱਥੇ ਇਹ ਗ੍ਰਾਫ ਇਹਨੂੰ ਟੱਚ ਕਰਕੇ ਜਾ ਰਿਹਾ ਹੈ। ਟੱਚ ਕਰਕੇ ਜਾਣ ਦਾ ਮਤਲਬ ਇਹ ਹੁੰਦਾ ਹੈ ਕਿ ਇਸ ਦੀਆਂ ਜਿਹੜੀਆਂ 2 ਜ਼ੀਰੋਜ਼ ਹੈ ਉਹਨਾਂ ਦੀ ਕੀਮਤ ਬਿਲਕੁਲ ਸੇਮ ਹੈ, ਪਰ ਆਪਾਂ ਨੂੰ ਗਿਣਾਂਗੇ 1। ਇਸੇ ਤਰ੍ਹਾਂ 2 ਇੱਥੇ ਹੈ, 2 ਇੱਥੇ ਹੈ ਤੇ 1 ਇੱਥੇ ਹੈ, ਲੇਕਿਨ ਆਹ 2 ਇੱਕੋ ਨਾਲ ਦੀ ਵੈਲਿਊ ਹੈ, ਇਹਨਾਂ ਦੋਹਾਂ ਦੀ ਵੈਲਿਊ ਵੀ ਸੇਮ ਹੈ, ਇਸ ਕਰਕੇ ਇਹਨਾਂ ਦੀ ਕਾਊਂਟਿੰਗ ਇੱਕ ਵਾਰ ਕੀਤੀ ਜਾਏਗੀ, 1 2 ਤੇ 3। ਇਸ ਲਈ ਇਸ ਵਿੱਚ ਸਿਫਰਾਂ ਦੀ ਗਿਣਤੀ 3 ਹੈ। ਐਕਸਰਸਾਈਜ਼ 2.2 ਦਾ ਕੁਐਸਚਨ ਸੋਲਵ ਕਰਦੇ ਹਾਂ। ਕੁਐਸਚਨ ਨੰਬਰ 1, ਹੇਠਾਂ ਦਿੱਤੇ 2 ਘਾਤੀ ਬਹੁਪਦਾਂ ਦੇ ਸਿਫਰ ਪਤਾ ਕਰੋ ਅਤੇ ਸਿਫਰਾਂ ਅਤੇ ਗੁਣਾਂਕਾਂ ਦੇ ਵਿਚਕਾਰ ਸੰਬੰਧਾਂ ਦੀ ਸੱਚਾਈ ਦੀ ਜਾਂਚ ਕਰੋ। ਆਪਾਂ ਨੂੰ 2 ਘਾਤੀ ਬਹੁਪਦ ਦਿੱਤੇ ਹੋਏ ਆ, ਮਤਲਬ ਜਿਹੜਾ ਬਹੁਪਦ ਦਿੱਤਾ ਹੈ ਉਸ ਦੀ ਹਾਈਐਸਟ ਪਾਵਰ 2 ਹੈ। ਇੱਕ ਤਾਂ ਇਹ ਕਿ ਆਪਾਂ ਉਹਦੇ ਸਿਫਰ ਪਤਾ ਕਰਨੇ ਆ, ਦੂਸਰਾ ਆਪਾਂ ਉਹਦੇ ਸਿਫਰਾਂ ਦੀ ਤੇ ਉਹਦੇ ਗੁਣਾਂਕਾਂ ਦੀ ਸੱਚਾਈ ਦੀ ਜਾਂਚ ਕਰਨੀ ਹੈ। ਤਾਂ ਸਾਰਿਆਂ ਤੋਂ ਪਹਿਲਾਂ ਸਿਫਰ ਪਤਾ ਕਰਨ ਦੇ ਲਈ ਆਪਾਂ ਕੀ ਕਰਨਾ ਹੈ, ਜਿਹੜੀ ਸਾਨੂੰ 2 ਘਾਤੀ ਬਹੁਪਦ ਦਿੱਤੀ ਹੋਈ ਹੈ ਉਸ ਦੇ ਆਪਾਂ ਗੁਣਨਖੰਡ ਬਣਾਉਣੇ ਆ। ਤਾਂ ਮੈਂ ਪਹਿਲਾ ਪਾਰਟ ਲਿਆ ਹੈ x² - 2x - 8। ਤਾਂ ਸਾਡਾ ਪਹਿਲਾ ਸਟੈਪ ਹੁੰਦਾ ਹੈ ਜਿਹੜੀ ਵੀ ਸਾਨੂੰ 2 ਘਾਤੀ ਦਿੱਤੀ ਹੋਈ ਹੈ ਉਸ ਨੂੰ ਅਸੀਂ ਲਹਿੰਦੇ ਕ੍ਰਮ ਦੇ ਵਿੱਚ ਲਿਖਣਾ, ਇਹ ਅਸੀਂ ਠੀਕ ਲਿਖੀ ਹੋਈ ਹੈ। ਹੁਣ ਉਸ ਤੋਂ ਬਾਅਦ ਕੀ ਕਰਨਾ ਹੈ, ਇਹ ਜਿਹੜੀ ਰਕਮ ਹੈ ਇਹਨੂੰ ਆਪਾਂ ਕਾਂਸਟੈਂਟ ਟਰਮ ਕਹਿੰਦੇ ਆ, ਇਹਨੂੰ ਆਪਾਂ x² ਦੇ ਕੋਫੀਸ਼ੀਐਂਟ ਦੇ ਨਾਲ ਗੁਣਾ ਕਰਨੀ ਹੈ। 8 ਨੂੰ ਅਗਰ ਆਪਾਂ 1 ਨਾਲ ਗੁਣਾ ਕਰੀਏ ਤਾਂ 8 ਆਉਂਦਾ ਹੈ, ਪਰ ਇਹ ਆਪਣੇ ਕੋਲੇ ਮਾਈਨਸ ਦਾ 8 ਹੈ, ਜਿਹੜਾ ਗੁਣਾ ਹੈਗੀ ਇਹਨਾਂ ਦੀ ਉਹ ਮਾਈਨਸ ਦਾ 8 ਹੈ। ਇਸ ਲਈ ਆਪਾਂ ਇਹੋ ਜਿਹੇ ਹੁਣ 2 ਨੰਬਰ ਸੋਚਣੇ ਹੈ ਜਿਨ੍ਹਾਂ ਨੂੰ ਗੁਣਾ ਕਰੀਏ ਤਾਂ ਮਾਈਨਸ ਦਾ 8 ਆਵੇ, ਪਰ ਜੇਕਰ ਇਹ ਸਾਈਨ ਮਾਈਨਸ ਦਾ ਹੈ ਉਹੀ 2 ਨੰਬਰਾਂ ਨੂੰ ਮਾਈਨਸ ਕਰਕੇ x ਦਾ ਕੋਫੀਸ਼ੀਐਂਟ ਸਾਡੇ ਕੋਲੇ 2 ਆਵੇ। ਤਾਂ 8 ਦੇ ਕਿਹੜੇ ਕਿਹੜੇ ਗੁਣਨਖੰਡ ਹੋ ਸਕਦੇ ਆ, ਸਭ ਤੋਂ ਪਹਿਲਾਂ ਆਪਾਂ ਉਹ ਸੋਚਣੇ ਆ, ਦੇਖਣੇ ਆ ਕਿਹੜੇ ਕਿਹੜੇ ਹੈ। ਹੁਣ ਆਪਾਂ 8 ਦੇ ਗੁਣਨਖੰਡ ਦੇਖੇ, 8 ਗੁਣਾ 1 8 ਬਣਦਾ, 4 ਗੁਣਾ 2 8 ਬਣਦਾ, ਇਸ ਤੋਂ ਇਲਾਵਾ ਹੋਰ ਕੋਈ ਨਹੀਂ ਬਣਦਾ। ਲੇਕਿਨ ਇਹ ਜਿਹੜਾ ਗੁਣਨਫਲ ਸੀ ਉਹ ਮਾਈਨਸ ਦਾ ਸੀ, ਇਸ ਕਰਕੇ ਆਪਾਂ ਹੁਣ ਇਹਨਾਂ ਦੋਨਾਂ ਨੂੰ ਮਾਈਨਸ ਕਰਕੇ ਚੈੱਕ ਕਰਨਾ ਹੈ ਕਿੱਥੇ ਇਹਨਾਂ ਨੂੰ ਮਾਈਨਸ ਕਰਕੇ 2 ਆਉਂਦਾ। 8 - 1 ਕੀਤਾ 7, ਇਹ ਰਿਜੈਕਟ ਹੋ ਗਿਆ, ਸਾਨੂੰ 2 ਚਾਹੀਦਾ ਸੀ। 4 - 2 ਕੀਤਾ 2, ਤਾਂ ਇਹ ਸਾਡਾ ਸਿਲੈਕਟਡ ਹੈ। ਫਿਰ ਆਪਾਂ ਕੀ ਕਰਨਾ ਹੈਗਾ, x² ਪਹਿਲੀ ਟਰਮ, ਕਿਉਂਕਿ ਇਸ ਮੈਥਡ ਦਾ ਨਾਮ ਮਿਡ ਟਰਮ ਸਪਲਿਟਿੰਗ ਮੈਥਡ ਹੈ, ਇਸ ਲਈ ਨਾ ਪਹਿਲੀ ਟਰਮ ਛੇੜਨੀ ਹੈ ਨਾ ਹੀ ਲਾਸਟ ਵਾਲੀ ਛੇੜਨੀ ਹੈ, ਸਿਰਫ ਸੈਂਟਰ ਵਾਲੀ ਨੂੰ ਛੇੜਾਂਗੇ ਆਪਾਂ। x² ਉਵੇਂ ਲਿਖ ਲਿਆ, ਮਾਈਨਸ ਦਾ ਸਾਈਨ ਮਾਈਨਸ ਉਵੇਂ ਲਿਖ ਲਿਆ। ਜਿਹੜਾ 2 ਸੀ ਇਹਦੀ ਜਗ੍ਹਾ ਤੇ ਆਪਾਂ ਆਹ ਜਿਹੜੇ 2 ਗੁਣਨਖੰਡ ਬਣਾਏ ਆ ਆਹੀ ਲਿਖਣੇ ਆ, ਪਰ ਇਹਨਾਂ ਨੂੰ ਬ੍ਰੈਕਟ ਦੇ ਵਿੱਚ ਲਿਖ ਲਓ। 4 - 2, ਤਾਂ ਆਪਣੇ ਕੋਲੇ 2 ਦੀ ਜਗ੍ਹਾ ਤੇ ਇਹਦੀ ਵੈਲਿਊ ਸੇਮ ਹੈ। ਜੇ ਇੱਥੇ ਬਾਹਰ ਸਾਈਨ ਮਾਈਨਸ ਦਾ ਤਾਂ ਇੱਥੇ ਬਾਹਰ ਮਾਈਨਸ ਦਾ ਲਾ ਲਓ, ਪਲੱਸ ਹੈ ਤਾਂ ਪਲੱਸ ਲਾ ਲੈਣਾ। ਫਿਰ ਪਿਛਲੀ ਜਿਹੜੀ ਲਾਸਟ ਟਰਮ ਸੀ ਉਹ ਵੀ ਆਪਾਂ ਇਸੇ ਤਰ੍ਹਾਂ ਕਾਪੀ ਪੇਸਟ ਕਰ ਦੇਣੀ ਹੈ। ਇਸ ਤੋਂ ਬਾਅਦ ਕੀ ਕਰਨਾ, ਅਗਲੀ ਲਾਈਨ ਦੇ ਵਿੱਚ ਆਪਾਂ ਬ੍ਰੈਕਟ ਓਪਨ ਕਰ ਦੇਣੀ ਹੈ। x² ਹੋ ਗਿਆ ਮਾਈਨਸ, ਨਾਲ ਹੀ ਆਪਾਂ ਇਹਨਾਂ ਦੀ ਗੁਣਾ ਕਰ ਦੇਣੀ ਹੈ। ਮਾਈਨਸ ਹੋ ਗਿਆ 4x, ਬਾਹਰ ਮਾਈਨਸ ਸੀ ਸਾਈਨ ਚੇਂਜ ਹੋ ਗਿਆ, ਪਲੱਸ ਦਾ ਹੋ ਗਿਆ 2x ਤੇ ਮਾਈਨਸ ਦੇ ਹੋ ਗਏ 8। ਹੁਣ ਆਪਾਂ ਪੇਅਰਿੰਗ ਕਰਨੀ ਹੈ, ਆਹ 2 ਦਾ ਪੇਅਰ ਬਣਾ ਲਿਆ, ਇਹਨਾਂ ਦੋਹਾਂ ਦਾ ਪੇਅਰ ਬਣਾ ਲਿਆ। ਇਹਨਾਂ ਦੋਵਾਂ ਵਿੱਚੋਂ ਕੀ ਆ ਗਿਆ ਆਪਣੇ ਕੋਲੇ ਕਾਮਨ, x ਆ ਗਿਆ, ਇੱਥੇ ਰਹਿ ਗਿਆ x - 4। ਜੋ ਸਾਡੇ ਕੋਲੇ ਪਹਿਲੀ ਬ੍ਰੈਕਟ ਵਿੱਚ ਆਇਆ ਸੇਮ ਸਾਡੇ ਕੋਲੇ ਇੱਥੇ ਆਉਣਾ ਚਾਹੀਦਾ ਹੈ, ਨਾ ਵੀ ਆਵੇ ਤਾਂ ਆਪਾਂ ਇੱਥੇ ਇਹਨੂੰ ਵੇਖ ਕੇ ਕਾਪੀ ਪੇਸਟ ਕਰ ਲਓ। ਤੇ ਇਸ ਤੋਂ ਬਾਅਦ ਆਪਾਂ ਇੱਥੇ ਦੇਖ ਲੈਣਾ ਵੀ ਇਹਨਾਂ ਵਿੱਚੋਂ ਕੀ ਕਾਮਨ ਹੈ, x ਦਾ ਕੋਫੀਸ਼ੀਐਂਟ ਪਲੱਸ ਦਾ 2। ਇਸ ਤਰ੍ਹਾਂ ਸਾਡੇ ਕੋਲੇ 2 ਗੁਣਨਖੰਡ ਬਣ ਗਏ, x + 2 x - 4।
ਸਿਫਰਾਂ ਲੈਣ ਦੇ ਲਈ ਇਹਨਾਂ ਦੋਹਾਂ ਨੂੰ ਆਪਾਂ ਬਰਾਬਰ 0 ਕਰਤਾ, ਜਾਂ ਤਾਂ ਆ 0 ਹੈ ਜਾਂ ਆ 0 ਹੈ, ਦੋਹਾਂ ਨੂੰ ਆਪਾਂ ਲਿਆ ਤਾਂ x ਦੀਆਂ ਦੋ ਵੈਲਿਊਜ਼ ਆ ਗਈਆਂ। ਇਸ ਤਰ੍ਹਾਂ ਸਾਡੇ ਕੋਲੇ ਦੋ ਵੈਲਿਊਜ਼ ਇਸ ਦੀਆਂ ਆ ਚੁੱਕੀਆਂ, -2 ਤੇ 4। ਇਸ ਦੀਆਂ ਸਿਫਰਾਂ ਦੀ ਤੇ ਇਸ ਦੇ ਗੁਣਾਂਕਾਂ ਦਾ ਜੋ ਸੰਬੰਧ ਹੈ ਉਹਦੀ ਜਾਂਚ ਕਰਨੀ ਹੈ। ਤਾਂ ਆਪਾਂ ਕੀ ਕਰਾਂਗੇ, ਇਹ ਜਿਹੜੀ ਬਹੁਪਦੀ ਦਿੱਤੀ ਹੋਈ ਹੈ ਉਹਦੀ ਤੁਲਨਾ ਆਪਾਂ ax² + bx + c ਨਾਲ ਕਰਕੇ a b ਤੇ c ਦੀਆਂ ਵੈਲਿਊ ਲੱਭ ਲੈਣੀ ਹੈ। a ਇੱਥੇ ਆ ਗਿਆ 1 ਹੈ, b ਦੀ ਕੀਮਤ ਕਿੰਨੀ ਆ ਰਹੀ ਹੈ, ਆ x ਇਹਦੇ ਨਾਲ ਕੰਪੇਅਰ ਕੀਤਾ, b ਦੀ ਕੀਮਤ ਆ ਗਈ -2 ਤੇ c ਕਿੰਨਾ ਆ ਰਿਹਾ, ਇੱਥੇ ਪਲੱਸ ਦਾ c ਹੈ ਤੇ ਇੱਥੇ -8 ਹੈ। ਇਸ ਤਰ੍ਹਾਂ a b ਤੇ c ਦੀਆਂ ਵੈਲਿਊਜ਼ ਆ ਗਈਆਂ। ਜਾਂਚ ਕਿਵੇਂ ਕਰਨੀ ਹੈ, ਇੱਕ ਪਾਸੇ ਜਿਹੜੀਆਂ ਆਪਣੀਆਂ ਸਿਫਰਾਂ ਆਈਆਂ ਸੀ ਇਹਨਾਂ ਦਾ ਜੋੜ ਕਰ ਦੇਣਾ, ਜੋੜ ਕੀਤਾ ਤਾਂ ਸਾਡੇ ਕੋਲ ਆ ਗਿਆ 2। ਇੱਧਰਲੇ ਪਾਸੇ ਆਪਾਂ -b/a ਦੀ ਵੈਲਿਊ ਭਰ ਦੇਣੀ ਆ, ਮਾਈਨਸ ਐਵੇਂ ਪਿਆ, b ਦੀ ਜਗ੍ਹਾ ਤੇ ਆਪਾਂ ਲਿਖ ਦੇਣਾ -2, a ਦੀ ਜਗ੍ਹਾ ਤੇ ਆ ਗਿਆ 1, ਆ ਮਾਈਨਸ ਨਾਲ ਕੱਟੀ ਗਈ, ਇਹ ਵੀ ਆ ਗਿਆ 2। ਇਸ ਲਈ ਆਪਾਂ ਇਹਨਾਂ ਦੋਹਾਂ ਦੀ ਜਾਂਚ ਕਰ ਦਿੱਤੀ ਹੈ ਕਿ ਸਿਫਰਾਂ ਦਾ ਜੋੜ ਕਾਹਦੇ ਬਰਾਬਰ ਹੈਗਾ, -b/a ਦੀ। ਇਸੇ ਤਰ੍ਹਾਂ ਫਿਰ ਆਪਾਂ ਸਿਫਰਾਂ ਦੀ ਗੁਣਾ ਕਰਨੀ ਹੈਗੀ ਹੈ, ਦੋਨੇ ਸਿਫਰਾਂ ਆਪਾਂ ਲੈ ਕੇ -2 × 4 ਕੀਤਾ, ਇੱਧਰ ਆਪਣੇ ਕੋਲ c/a ਲੈ ਲੈਣਾ, ਤਾਂ ਇੱਧਰ ਵੀ ਗੁਣਾ ਕਰਕੇ -8 ਆ ਗਿਆ। c ਤੇ a ਦੀਆਂ ਕੀਮਤਾਂ ਇਹਦੇ ਵਿੱਚੋਂ ਲੈ ਕੇ -8 ਤੇ 1 ਲੈ ਕੇ ਲਗਾਤੀਆਂ, ਤਾਂ ਆ ਵੀ ਬਰਾਬਰ ਆ ਗਿਆ। ਇਸ ਤਰ੍ਹਾਂ ਹੁਣ ਆਪਾਂ ਜਦੋਂ ਜਾਂਚ ਕੀਤੀ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਸਿਫਰਾਂ ਦਾ ਜੋੜ ਹੈ ਉਹ ਬਰਾਬਰ ਹੁੰਦਾ -b/a ਤੇ ਸਿਫਰਾਂ ਦੀ ਗੁਣਾ ਬਰਾਬਰ ਹੁੰਦੀ ਹੈ c/a। ਪਿਆਰੇ ਵਿਦਿਆਰਥੀਓ, ਨੈਕਸਟ ਵੀਡੀਓ ਦੇ ਵਿੱਚ ਅਸੀਂ ਕੁਝ ਹੋਰ ਕੁਐਸਚਨਸ ਡਿਸਕਸ ਕਰਾਂਗੇ। ਇਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਅਗਰ ਤੁਹਾਨੂੰ ਇਹ ਵੀਡੀਓ ਯੂਜ਼ਫੁਲ ਲੱਗਦੀ ਹੈ ਤਾਂ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਸੁਰੇਸ਼ਟਾ ਗੁਪਤਾ।